सत श्री अकाल दोस्तों, मेरा नाम वरिंदर सिंह विश्व ज्ञान मंत्रा ਦੇ ऑफिशियल YouTube ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਇੱਥੇ ਅਸੀਂ ਤਿਆਰੀ ਕਰ ਰਹੇ ਹਾਂ ਪੰਜਾਬੀ ਮਾਸਟਰ ਕੈਡਰ ਦੀ ਤੇ ਇਸ ਨਾਲ ਸੰਬੰਧਿਤ ਅਸੀਂ ਪਹਿਲਾਂ ਭਾਈ ਵੀਰ ਸਿੰਘ ਜੀ, ਉਸ ਤੋਂ ਬਾਅਦ ਧਨੀਰਾਮ ਚਾਤਰਿਕ ਜੀ ਦੋ ਟੌਪਿਕ ਕਰ ਚੁੱਕੇ ਹਾਂ। ਅੱਜ ਅਸੀਂ ਆਪਣਾ ਤੀਸਰਾ ਟੌਪਿਕ ਪ੍ਰੋਫੈਸਰ ਪੂਰਨ ਸਿੰਘ ਜੀ ਕਰਨ ਜਾ ਰਹੇ ਹਾਂ। ਪ੍ਰੋਫੈਸਰ ਪੂਰਨ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ 17 ਫਰਵਰੀ 1881 ਦੇ ਵਿੱਚ ਐਬਟਾਬਾਦ ਪਿੰਡ ਸਲਹੱਡ ਦੇ ਵਿੱਚ ਹੋਇਆ ਹੈ। ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ, ਮਾਤਾ ਦਾ ਨਾਮ ਪਰਮਾ ਦੇਵੀ ਤੇ ਪਤਨੀ ਦਾ ਨਾਮ ਮਾਇਆ ਦੇਵੀ। ਤੇ ਮੌਤ ਉਹਨਾਂ ਦੀ 31 ਮਾਰਚ 1931 ਦੇ ਵਿੱਚ ਹੋਈ। ਪ੍ਰੋਫੈਸਰ ਪੂਰਨ ਸਿੰਘ ਜੀ, ਅੱਗੇ ਕਰਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਹੋਰ ਕਿਹੜੇ ਨਾਵਾਂ ਨਾਲ ਨਿਵਾਜਿਆ ਗਿਆ ਹੈ, ਮਤਲਬ ਹੋਰ ਕਿਹੜੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ? ਪੰਜਾਬ ਦਾ 6ਵਾਂ ਦਰਿਆ ਆਖਿਆ ਜਾਂਦਾ ਹੈ, ਲਟਬੇਰਾ ਜੋਗੀ ਆਖਿਆ ਜਾਂਦਾ ਹੈ। ਲਟਬੇਰਾ ਜੋਗੀ ਪੁੱਛਿਆ ਜਾਵੇ ਕਿਸ ਨੇ ਆਖਿਆ ਹੈ ਤਾਂ ਉਸ ਦਾ ਉੱਤਰ ਬਣਦਾ ਹੈ ਹਰਨਾਮ ਸਿੰਘ ਸ਼ਾਨ ਨੇ ਕਿਹਾ ਹੈ। ਪ੍ਰੋਫੈਸਰ ਪੂਰਨ ਸਿੰਘ ਨੂੰ ਲਟਬੇਰਾ ਜੋਗੀ ਕਿਸ ਨੇ ਕਿਹਾ ਹੈ ਤਾਂ ਉਸ ਦਾ ਉੱਤਰ ਬਣਦਾ ਹੈ ਹਰਨਾਮ ਸਿੰਘ ਸ਼ਾਨ ਨੇ ਕਿਹਾ ਹੈ। ਆਤਮਾ ਦਾ ਕਵੀ ਕਿਹਾ ਜਾਂਦਾ ਹੈ, ਪਾਰਸ ਕਿਹਾ ਜਾਂਦਾ ਹੈ। ਪਾਰਸ ਦਾ ਟਾਈਟਲ ਪੂਰਨ ਸਿੰਘ ਨੂੰ ਕਿਸ ਨੇ ਦਿੱਤਾ? ਜੇ ਇਹ ਪ੍ਰਸ਼ਨ ਆ ਜਾਵੇ ਪੇਪਰ ਦੇ ਵਿੱਚ ਕਿ ਪਾਰਸ ਦਾ ਟਾਈਟਲ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸ ਨੇ ਦਿੱਤਾ ਤਾਂ ਉਹ ਹੈ ਮਹਿੰਦਰ ਸਿੰਘ ਰੰਧਾਵਾ ਨੇ ਦਿੱਤਾ ਹੈ। ਮਹਿੰਦਰ ਸਿੰਘ ਰੰਧਾਵਾ ਨੇ ਬਹੁਤ ਸਾਰੀਆਂ ਇਹਨਾਂ ਦੀਆਂ ਇੰਗਲਿਸ਼ ਰਚਨਾਵਾਂ ਨੂੰ ਪਬਲਿਸ਼ ਕੀਤਾ ਹੈ। ਮਾਨਵਤਾ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹਾ ਜਾਂਦਾ ਹੈ ਤਾਂ ਕਿਸ ਨੇ ਕਿਹਾ ਹੈ ਮਾਨਵਤਾ ਦਾ ਕਵੀ? ਮਹਿੰਦਰ ਸਿੰਘ ਰੰਧਾਵਾ ਨੇ। ਪੰਜਾਬੀ ਦਾ ਵਾਲਟ ਵਿਟਮੈਨ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ। ਰੋਮਾਂਸਵਾਦੀ ਕਵੀ ਕਿਹਾ ਜਾਂਦਾ ਹੈ। ਜਿਵੇਂ ਕਿ ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਕਿ ਭਾਈ ਵੀਰ ਸਿੰਘ ਕੀ ਕੀਤਾ ਸੀ ਅਸੀਂ? ਭਾਈ ਵੀਰ ਸਿੰਘ ਨੂੰ ਰਹੱਸਵਾਦੀ ਕਵੀ ਕੀ ਕੀਤਾ ਸੀ? ਰਹੱਸਵਾਦੀ ਕਵੀ। ਫਿਰ ਅਸੀਂ ਕੀਤਾ ਧਨੀਰਾਮ ਚਾਤਰਿਕ ਤਾਂ ਉਹਨਾਂ ਨੂੰ ਕੀਤਾ ਸੀ ਯਥਾਰਥਵਾਦੀ ਕਵੀ। ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰੋਫੈਸਰ ਪੂਰਨ ਸਿੰਘ ਦੀ। ਕਿਹਨਾਂ ਦੀ? ਪ੍ਰੋਫੈਸਰ ਪੂਰਨ ਸਿੰਘ ਦੀ। ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਕੀ ਨੇ? ਰੋਮਾਂਸਵਾਦੀ ਕਵੀ। ਕੀ ਨੇ? ਰੋਮਾਂਸਵਾਦੀ ਕਵੀ। ਹੁਣ ਇਹ ਹੈ ਕਿ ਰੋਮਾਂਸ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਤਾਂ ਹੈ, ਪਰ ਜਿੰਨਾ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਉਗੜ ਕੇ ਪੇਸ਼ ਆਉਂਦਾ ਹੈ, ਸਾਹਮਣੇ ਆਉਂਦਾ ਹੈ, ਉਹਨਾਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਨਹੀਂ ਆਉਂਦਾ। ਤਾਂ ਇਸ ਕਰਕੇ ਰੋਮਾਂਸਵਾਦ ਦਾ, ਆਧੁਨਿਕ ਪੰਜਾਬੀ ਕਵਿਤਾ ਵਿੱਚ ਰੋਮਾਂਸਵਾਦ ਦਾ ਆਰੰਭ ਕਿੱਥੋਂ ਹੁੰਦਾ ਹੈ, ਰੋਮਾਂਸਵਾਦ ਦਾ ਮੁੱਢ ਕਿੱਥੋਂ ਵੱਜਦਾ ਹੈ, ਤਾਂ ਉਹ ਨਾਮ ਆਏਗਾ ਪ੍ਰੋਫੈਸਰ ਪੂਰਨ ਸਿੰਘ ਜੀ। ਹਾਂ, ਜਦੋਂ ਆਪਾਂ ਗੱਲ ਕਰਦੇ ਹਾਂ ਭਾਈ ਵੀਰ ਸਿੰਘ ਜੀ ਦੀ, ਭਾਈ ਵੀਰ ਸਿੰਘ ਜੀ ਨੇ ਪ੍ਰਕਿਰਤੀ ਸੁੰਦਰਤਾ ਬਾਰੇ ਵੀ ਵਰਣਨ ਕੀਤਾ, ਪਰ ਉਹਨਾਂ ਨੇ ਜਿਹੜੀ ਜ਼ਿਆਦਾ ਸੁੰਦਰਤਾ ਨੂੰ ਬਿਆਨ ਕੀਤਾ ਹੈ ਉਹ ਪੰਜਾਬ ਤੋਂ ਬਾਹਰ ਦੀ ਸੁੰਦਰਤਾ ਹੈ। ਜਿਵੇਂ ਕਸ਼ਮੀਰ ਦੀ ਸੁੰਦਰਤਾ ਬਾਰੇ ਗੱਲ ਕਰ ਰਹੇ, ਮਟਕ ਹੁਲਾਰੇ ਜਿਹੜਾ ਉਹਨਾਂ ਦਾ ਕਾਵਿ ਸੰਗ੍ਰਹਿ ਲਿਖਿਆ ਗਿਆ ਕਸ਼ਮੀਰ ਦੀ ਸੁੰਦਰਤਾ ਬਾਰੇ ਹੈ। ਤੇ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਜੀ ਹੈ ਉਹ ਜੋ ਗੱਲ ਕਰ ਰਹੇ ਨੇ ਉਹ ਕਿੱਥੋਂ ਦੀ ਗੱਲ ਕਰ ਰਹੇ ਨੇ? ਪੰਜਾਬ ਨੂੰ ਕੂਕਾਂ ਮੈਂ, ਪੰਜਾਬ ਦੇ ਜਵਾਨਾਂ ਨੂੰ, ਪੰਜਾਬ ਦੇ ਖੂਹ, ਪੰਜਾਬ ਦੀ ਇਸਤਰੀ, ਉਹਨਾਂ ਬਾਰੇ ਚਰਚਾ ਕਰ ਰਹੇ ਆ, ਪੰਜਾਬ ਦੀ ਗ੍ਰਸਤਨ ਬਾਰੇ ਗੱਲ ਕਰ ਰਹੇ ਹੋ। ਤਾਂ ਇਸ ਕਰਕੇ ਇਹਨਾਂ ਨੂੰ ਰੋਮਾਂਸਵਾਦੀ ਕਵੀ ਕਿਹਾ ਜਾਂਦਾ ਹੈ। ਅਹਿਸਾਸ ਦੀ ਕਵਿਤਾ, ਉਹਨਾਂ ਦੀ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨੂੰ ਅਹਿਸਾਸ ਦੀ ਕਵਿਤਾ ਕਿਸ ਨੇ ਕਿਹਾ ਹੈ? ਗੋਪਾਲ ਸਿੰਘ ਦਰਦੀ ਨੇ। ਕਿਸ ਨੇ ਕਿਹਾ ਹੈ? ਗੋਪਾਲ ਸਿੰਘ ਦਰਦੀ ਨੇ। ਇੱਥੇ ਇੱਕ ਗੱਲ ਹੋਰ ਹੈ ਕਿ ਆਪਾਂ ਗੋਪਾਲ ਸਿੰਘ ਦਰਦੀ ਬਾਰੇ ਇੱਕ ਹੋਰ ਪ੍ਰਸ਼ਨ ਕੀਤਾ ਸੀ ਧਨੀਰਾਮ ਚਾਤਰਿਕ ਦੇ ਸਮੇਂ। ਧਨੀਰਾਮ ਚਾਤਰਿਕ ਟਾਈਮ ਜਦੋਂ ਅਸੀਂ ਕੀਤਾ ਸੀ ਉਦੋਂ ਕੀਤਾ ਸੀਗਾ ਕਿ ਉਹਨਾਂ ਦੀ ਧਨੀਰਾਮ ਚਾਤਰਿਕ ਦੀ ਕਵਿਤਾ ਨੂੰ ਤਜਰਬੇ ਦੀ ਕਵਿਤਾ ਕਿਸ ਨੇ ਕਿਹਾ ਹੈ? ਤਜਰਬੇ ਦਾ ਕਵੀ ਕਿਸ ਨੇ ਕਿਹਾ ਹੈ ਜਾਂ ਤਜਰਬੇ ਦੀ ਕਵਿਤਾ ਕਿਸ ਨੇ ਕਿਹਾ ਹੈ ਧਨੀਰਾਮ ਚਾਤਰਿਕ ਦੀ ਕਵਿਤਾ ਨੂੰ? ਤਾਂ ਉਹਦਾ ਸੀਗਾ ਗੋਪਾਲ ਸਿੰਘ ਦਰਦੀ ਨੇ ਕਿਹਾ ਸੀ। ਉਸ ਤੋਂ ਬਾਅਦ ਹੈ ਗੁਲਾਮੀ ਵਿਰੋਧ ਦੀ ਕਵਿਤਾ। ਗੁਲਾਮੀ ਵਿਰੋਧ ਦੀ ਕਵਿਤਾ ਕਿਸ ਨੇ ਮੰਨਿਆ ਹੈ? ਤਾਂ ਸਤਿੰਦਰ ਸਿੰਘ ਨੂਰ ਨੇ ਮੰਨਿਆ ਹੈ। ਕਿਸ ਦੀ ਕਵਿਤਾ ਨੂੰ? ਪ੍ਰੋਫੈਸਰ ਪੂਰਨ ਸਿੰਘ ਦੀ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨੂੰ ਗੁਲਾਮੀ ਵਿਰੋਧ ਦੀ ਕਵਿਤਾ ਕਿਉਂ ਕਿਹਾ ਜਾਂਦਾ ਹੈ? ਇਹਦੇ ਪਿੱਛੇ ਕਾਰਨ ਹੈ ਕਿ ਉਹਨਾਂ ਦੇ ਜਿੰਨੇ ਵੀ ਸਿਰਲੇਖ ਨੇ, ਮਤਲਬ ਜਿੰਨੀਆਂ ਵੀ ਕਵਿਤਾਵਾਂ ਦੇ ਜਾਂ ਕਾਵਿ ਸੰਗ੍ਰਹਿਾਂ ਜਾਂ ਲੇਖ ਸੰਗ੍ਰਹਿਾਂ ਦੇ ਸਿਰਲੇਖ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਕੀ ਵਰਤਿਆ ਹੈ? ਖੁੱਲੇ ਸ਼ਬਦ ਵਰਤਿਆ ਹੈ। ਕੀ ਵਰਤਿਆ ਹੈ? ਖੁੱਲੇ ਸ਼ਬਦ।
खुले घुंड, खुले आसमानी रंग, ठीक है। तो खुले शब्द जिहड़ा वरतदे आ ओह किहदा प्रतीक मन्निया है सतिंदर सिंह नूर ने कि उन्होंने गुलामी के विरोध विच कविता लिखी है, गुलामी के विरोध विच कविता लिखी है। तो अगे करन जा रहे हैं प्रोफैसर पूरन सिंह। प्रोफैसर पूरन सिंह ने बचपन की पढ़ाई अपनी बेली राम तो हासिल की है। फिर वह जापान की फेरी ते जदों गए तो उत्थे की बन गए, बौद्ध भिक्षु बन गए, मतलब बौद्ध भिक्षु बन गए। उन्हों का काम की सी भाई वीर पूरन सिंह जी का, तो वह कवि भी सी ते रसायनिक विग्यानी भी सी। ते उन्होंने पूरन सिंह ने प्रोफैसर पूरन सिंह ने गरज दी प्रभात एक पत्रिका शुरू की सी जिन्हों थंडरिंग डाउन दे नाम नाल भी जानिया जाता है। यह जिहड़ी पत्रिका सी, हुण तुसीं दसो यह मासिक सी जां सप्ताहिक सी जां पंद्रवाड़ा सी, मतलब 15 रोजा सी, 15 रोजा सी, मतलब 15 दिनों बाद प्रकाशित होंदी सी। यह पत्रिका तुसीं इहदा आंसर देना भी जिहड़ी यह गरज दी प्रभात इन्हां ने जापान तो एक पत्रिका शुरू की सीगी जिन्हों थंडरिंग डाउन भी कहते हैं। तो ये जिहड़ी पत्रिका सी मासिक सी, सप्ताहिक सी या 15 रोजा सी, इसका उत्तर तुसीं कमेंट बॉक्स में दिओ जी। उस बाद है वेदांती सन्यासी। फिर जदों बौद्ध भिक्षु, पहले जो आप गल कर चुके हैं कि जापान की फेरी दौरान बौद्ध भिक्षु बन गए सी। फिर जदों वो स्वामी राम तीर्थ दी ਇਹਦੇ ਪ੍ਰਭਾਵ ਹੇਠ ਆਉਂਦੇ ਆ स्वामी राम तीर्थ ਦੇ, ਤਾਂ ਉਹ ਕੀ ਬਣ ਜਾਂਦੇ ਆ वेदांती सन्यासी बन जाते हैं। कौन? प्रोफैसर पूरन सिंह जी। फिर जदों भाई वीर सिंह जी, भाई वीर सिंह जी नाल 1912 विच सियालकोट विच मिलते हैं, तो फिर पूरन सिंह जी की बन जाते हैं दोबारा तो अपने सिੱਖੀ रूप दे विच आ जाते हैं, जिथों ये शुरू होए सी उत्थे ही फिर आ जाते हैं। तो खुली कविता अगे है, खुली कविता का मुੱਢ किस तो बजदा है? तो प्रोफैसर पूरन सिंह तो बजदा है। इसनूं ओपन एंडेड कविता भी आख्या जाता है। ओपन एंडेड कविता तो भाव है जिस कविता नूं दोबारा तो लिखा जा सके, मतलब जदों इसी खत्म हो गई है तो उसनूं दोबारा तो जे उसनूं शुरू करने की इच्छा है तो उसनूं दोबारा तो शुरू भी किया जा सके। उस तो बाद अगे एक क्वेश्चन है अगे कि छंद नूं नवाबी जुत्ती दी कैद मन्निया है। प्रोफैसर पूरन सिंह ने छंद नूं नवाबी जुत्ती दी कैद मन्निया है। क्यों? क्योंकि वो कहते भी जिहड़े विचार है, मनोभाव है, मन दे विचों उभर के बाहर आउंदे है, इन्हां नूं रोक नहीं लाया जा सकता, इन्हां नूं कहा नहीं जा सकता भी इन्ने की शब्दां दे विच अपने मनोभावां नूं बयान करो। कहंदा एक खुली कविता है, मन विचों उतरदी है, तुरकी बाणी वांगू उत्तों ही आउंदी है। ये जदों ये आउंदी है तो उदों इन्हां नूं असीं बंदिश विच नहीं ला सकदेगे। पर इत्थे एक गल याद रखण योग ये है कि जे प्रोफैसर पूरन सिंह ने छंद नूं नवाबी जुत्ती दी कैद मन्निया है तो छंद नूं कविता दा शरीर किसने कहा है? शरीर किसने कहा है? ये अपने को प्रश्न बनता है। मतलब छंद नूं इंपोर्टेंस किने देती? तो किने दिती है? संत सिंह सेखों ने। किसने दी है? संत सिंह सेखों ने। की इंपोर्टेंस देती है भी छंद तो बिना कविता नहीं होनी चाहिए। छंद नूं कविता का शरीर मन्निया है। किसने मन्निया है? प्रोफैसर संत सिंह सेखों ने। ते छंद नूं नवाबी जुत्ती दी कैद किसने मन्निया है? प्रोफैसर पूरन सिंह ने। यह फर्क है। अगे करते हैं इन्हां दियां अनुवादक पुस्तकां बारे। अनुवादक पुस्तकां बारे है टॉलस्टाय की पुस्तक है रिजेक्शन, इन्हों मोया की जाग दे विच अनुवाद किया है पंजाबी दे विच। कार्लाइल दी है हीरो एंड दी वॉरशिप, इनू कला अते कलाधारी, इस नाम हेठ इहदा अनुवाद किया है। अगे है एमरसन की पुस्तक है एसे ऑफ द पोइट्स है, इसनूं अबचल जोत दे विच अनुवाद किया है। प्रोफैसर पूरन सिंह दियां होर काफ़ी अंग्रेजी विच रचनावां सीगियां जिवें टेंस मास्टर ते थॉट्स एंड रिफ्लैक्शन ऑफ गुरु गोबिंद सिंह जी, ठीक है। तो होर वाधू सारियां इंग्लिश विच रचनावां सी जिन्हां नूं असीं इस टाइम इत्थे नहीं कर रहे हैं।
ਇੱਥੇ ਸਿਰਫ ਅਸੀਂ ਉਹਨਾਂ ਦੀ ਇੱਕ ਸਵੈ ਜੀਵਨੀ ਬਾਰੇ ਗੱਲ ਕਰ ਰਹੇ ਹਾਂ। ਸਵੈ ਜੀਵਨੀ ਔਨ ਪਾਥ ਆਫ ਲਾਈਫ 1927 ਦੇ ਵਿੱਚ ਲਿਖੀ ਗਈ। ਕਿਹਦੇ ਵਿੱਚ, ਕਿਹੜੀ ਲੈਂਗੁਏਜ ਵਿੱਚ? ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹ ਉਸ ਸਮੇਂ ਲਿਖੀ ਗਈ ਸੀ। ਕਿਹਦੀ ਸਵੈ ਜੀਵਨੀ ਹੈ? ਪ੍ਰੋਫੈਸਰ ਪੂਰਨ ਸਿੰਘ ਦੀ। ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਹੈ ਜਿਹੜੀ ਔਨ ਪਾਥ ਆਫ ਲਾਈਫ, ਇਹਦਾ ਪੰਜਾਬੀ ਅਨੁਵਾਦ ਕਿਸ ਨੇ ਕੀਤਾ? ਜਦੋਂ ਗੱਲ ਇੱਥੇ ਇਹ ਆਉਂਦੀ ਹੈ ਕਿ ਇਸ ਦਾ ਪੰਜਾਬੀ ਅਨੁਵਾਦ ਕਿਸ ਨੇ ਕੀਤਾ, ਤਾਂ ਉੱਥੇ ਅਸੀਂ ਨਾਮ ਲਿਖਾਂਗੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਕਦੋਂ ਕੀਤਾ? ਤਾਂ 1968 ਵਿੱਚ ਕੀਤਾ। ਕਦੋਂ ਕੀਤਾ? 1968 ਵਿੱਚ। ਫਿਰ ਅਸੀਂ ਕਿਸ ਸਿਰਲੇਖ ਹੇਠ ਕੀਤਾ? ਕਿਸ ਸਿਰਲੇਖ ਹੇਠ ਕੀਤਾ? ਤਾਂ ਜ਼ਿੰਦਗੀ ਦੇ ਰਾਹਾਂ ਹੇਠ, ਜ਼ਿੰਦਗੀ ਦੇ ਰਾਹਾਂ ਤੇ ਇਸ ਸਿਰਲੇਖ ਹੇਠ ਇਸ ਦਾ ਅਨੁਵਾਦ ਕੀਤਾ। ਅੱਗੇ ਕਰਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ। ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਜੋ ਉਹ ਹੈ ਖੁੱਲੇ ਮੈਦਾਨ, ਖੁੱਲੇ ਕੁੰਡ, ਖੁੱਲੇ ਅਸਮਾਨੀ ਰੰਗ, ਤੇ ਇਹ ਤਿੰਨ ਤਾਂ ਇਹਨਾਂ ਦੇ ਕਾਵ ਸੰਗ੍ਰਹਿ ਨੇ। ਖੁੱਲੇ ਲੇਖ, ਇਹ ਲੇਖ ਸੰਗ੍ਰਹਿ ਹੈ, ਨਿਬੰਧ ਸੰਗ੍ਰਹਿ ਹੈ। ਇੱਕ ਹਿੰਦੀ ਦੇ ਵਿੱਚ ਨਿਬੰਧ ਲਿਖਿਆ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਕੰਨਿਆ ਦਾਨ। ਇੱਕ ਹੋਰ ਰਚਨਾ ਹੈ ਜੋ ਸੰਸਕ੍ਰਿਤ ਵਿੱਚ ਹੈ, ਸੰਸਕ੍ਰਿਤ ਤੋਂ ਅਨੁਵਾਦ ਕੀਤੀ ਹੈ, ਅਨੁਵਾਦਕ ਪੁਸਤਕਾਂ ਦੇ ਵਿੱਚ ਆਉਣਾ ਸੀ, ਸੰਸਕ੍ਰਿਤ ਦੇ ਵਿੱਚ ਅਨੁਵਾਦ ਕੀਤੀ ਹੈ, ਉਹ ਹੈ ਜੈਦੇਵ। ਕਿਹੜੀ ਰਚਨਾ ਹੈ? ਜੈਦੇਵ ਰਚਨਾ ਹੈ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸੰਸਕ੍ਰਿਤ ਤੋਂ ਅਨੁਵਾਦ ਕੀਤੀ ਹੈ। ਤੇ ਕਿਸ ਭਾਸ਼ਾ ਦੇ ਵਿੱਚ ਕੀਤਾ ਹੈ ਇਹਨਾਂ ਨੇ ਅਨੁਵਾਦ? ਅੰਗਰੇਜ਼ੀ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਖੁੱਲੇ ਮੈਦਾਨ। ਹੁਣ ਅਸੀਂ ਉਹਨਾਂ ਦੀ ਪੁਸਤਕ ਖੁੱਲੇ ਮੈਦਾਨ ਜਿਹੜੀ 1922 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ, ਇਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਕਿ ਇਹ ਪੁਸਤਕ ਜਿਹੜੀ ਹੈ ਵਾਲਟ ਵਿਟਮੈਨ ਦੀ ਪੁਸਤਕ ਸੀ। ਘਾਹ ਦੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਕਿਹੜੀ ਕਿਤਾਬ? ਖੁੱਲੇ ਮੈਦਾਨ। ਕਿਸ ਦੀ ਕਿਤਾਬ ਤੋਂ? ਵਾਲਟ ਵਿਟਮੈਨ ਦੀ ਕਿਤਾਬ ਤੋਂ ਪ੍ਰਭਾਵਿਤ ਹੋ ਕੇ, ਘਾਹ ਦੀਆਂ ਪੱਤੀਆਂ ਦੀ ਕਿਤਾਬ ਦਾ ਨਾਮ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਖੁੱਲੇ ਮੈਦਾਨ ਕਾਵ ਸੰਗ੍ਰਹਿ ਲਿਖਿਆ ਸੀ। ਖੁੱਲੇ ਮੈਦਾਨ ਕਾਵ ਸੰਗ੍ਰਹਿ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? 5 ਭਾਗਾਂ ਦੇ ਵਿੱਚ। ਕਿਹੜੇ ਕਿਹੜੇ ਹੈ? ਪੂਰਨ ਨਾਥ ਜੋਗੀ, ਚਨਾਹ ਦੀਆਂ ਲਹਿਰਾਂ, ਦੇਸ਼ ਪਿਆਰ ਪੰਜਾਬ ਮੇਰਾ, ਮੈਂ ਤੇ ਉਹ, ਤੇ ਇੱਕ ਜੰਗਲੀ ਫੁੱਲ। ਪੂਰਨ ਨਾਥ ਜੋਗੀ ਉਹਨਾਂ ਦੀ ਲੰਮੀ ਬਿਰਤਾਂਤਿਕ ਕਵਿਤਾ ਹੈ। ਚਨਾਹ ਦੀਆਂ ਲਹਿਰਾਂ ਦੇ ਵਿੱਚ ਉਹਨਾਂ ਨੇ ਪ੍ਰਕਿਰਤਿਕ ਨਾਲ ਵਰਣਨ ਨੂੰ ਪੇਸ਼ ਕੀਤਾ ਹੈ, ਪ੍ਰਕਿਰਤੀ ਨਾਲ ਪ੍ਰੇਮ ਵਰਣਨ ਨੂੰ ਪੇਸ਼ ਕੀਤਾ ਹੈ। ਦੇਸ਼ ਪਿਆਰ ਦੇ ਵਿੱਚ ਉਹਨਾਂ ਨੇ ਪੰਜਾਬੀ, ਦੇਸ਼ ਪਿਆਰ ਪੰਜਾਬ ਮੇਰਾ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ ਹੈ। ਮੈਂ ਤੇ ਉਹ ਭਾਗ ਦੇ ਵਿੱਚ ਉਹਨਾਂ ਦੀਆਂ ਰਹੱਸਵਾਦੀ ਕਵਿਤਾਵਾਂ ਸ਼ਾਮਿਲ ਹਨ, ਤੇ ਇੱਕ ਜੰਗਲੀ ਫੁੱਲ ਦੇ ਵਿੱਚ ਲੰਮੀ ਬਿਰਤਾਂਤਿਕ ਕਵਿਤਾ ਹੈ ਜਿਸ ਨੂੰ ਪੇਸ਼ ਕੀਤਾ ਗਿਆ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪੂਰਨ ਨਾਥ ਜੋਗੀ ਕਵਿਤਾ ਦੀ, ਜਿਹੜੀ ਉਹਨਾਂ ਨੇ ਪਹਿਲੇ ਭਾਗ ਵਿੱਚ ਹੈ। ਪੂਰਨ ਨਾਥ ਜੋਗੀ 51 ਦ੍ਰਿਸ਼ ਹੈ ਇਸ ਵਿੱਚ, ਲੰਮੀ ਬਿਰਤਾਂਤਿਕ ਕਵਿਤਾ ਹੈ। ਇਸ ਵਿੱਚ ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਪੂਰਨ ਦੇ ਜਨਮ ਤੋਂ ਲੈ ਕੇ ਇਛਰਾ ਦੇ ਨਾਲ ਜਦੋਂ ਤੱਕ ਮਿਲਾਪ ਹੁੰਦਾ ਹੈ ਉਸ ਸਮੇਂ ਤੱਕ ਇਹਨਾਂ ਨੂੰ ਬਿਆਨ ਕੀਤਾ ਗਿਆ। ਇਹ ਕਿਹੜੇ ਕਿੱਸੇ ਤੋਂ ਲੈ ਕੇ ਇਹਨਾਂ ਨੇ ਇਸ ਨੂੰ ਲਿਖਿਆ ਹੈ ਕਵਿਤਾ ਨੂੰ? ਤੇ ਕਾਦਰ ਯਾਰ ਦਾ ਇੱਕ ਪੂਰਨ ਭਗਤ ਕਿੱਸਾ ਸੀ, ਉਸ ਨੂੰ ਆਧਾਰ ਬਣਾ ਕੇ ਇਹਨਾਂ ਨੇ ਪੂਰਨ ਨਾਥ ਜੋਗੀ ਕਵਿਤਾ ਲਿਖੀ ਹੈ। ਹੁਣ ਇਹਦੇ ਵਿੱਚ ਫਰਕ ਕੀ ਹੈ? ਡਿਫਰੈਂਸ ਕੀ ਹੈ? ਜਿਹੜਾ ਕਾਦਰ ਯਾਰ ਨੇ ਲਿਖਿਆ ਸੀ ਉਹ ਬੈਂਤ ਛੰਦ ਵਿੱਚ ਲਿਖੀ ਹੈ, ਠੀਕ ਹੈ, ਤੇ ਇਹਨਾਂ ਨੇ ਜਿਹੜੀ ਕਵਿਤਾ ਲਿਖੀ ਹੈ, ਜਿਹੜੀ ਲੰਮੀ ਬਿਰਤਾਂਤਿਕ ਲਿਖੀ ਹੈ, ਉਹ ਖੁੱਲੀ ਕਵਿਤਾ ਵਿੱਚ ਲਿਖੀ ਹੈ। ਮਤਲਬ ਕੋਈ ਛੰਦ ਹੀ ਨਹੀਂ ਵਰਤਿਆ, ਖੁੱਲੀ ਕਵਿਤਾ ਦੇ ਵਿੱਚ ਲਿਖੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਹਾਣੀ ਵਰਣਨ ਕੀਤਾ ਹੈ। ਕਾਦਰ ਯਾਰ ਨੇ ਕੀ ਕੀਤਾ ਹੈ? ਕਹਾਣੀ ਦਾ ਵਰਣਨ ਕੀਤਾ ਹੈ। ਇਹਨਾਂ ਨੇ ਕੀ ਕੀਤਾ ਹੈ? ਪਾਤਰਾਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕੀਤਾ ਹੈ। ਮਨੋਵਿਗਿਆਨਿਕ ਵਿਸ਼ਲੇਸ਼ਣ ਕੀਤਾ ਹੈ। ਪਾਤਰਾਂ ਦਾ ਮਨੋਵਿਗਿਆਨਿਕ ਵਿਸ਼ਲੇਸ਼ਣ ਕੀਤਾ ਹੈ। ਕਿਸ ਨੇ ਕੀਤਾ ਹੈ? ਪ੍ਰੋਫੈਸਰ ਪੂਰਨ ਸਿੰਘ ਨੇ। ਉਸ ਤੋਂ ਅੱਗੇ ਕਰਦੇ ਆਪਾਂ ਇਹਨਾਂ ਬਾਰੇ। ਖੁੱਲੇ ਮੈਦਾਨ 1922 ਦੇ ਵਿੱਚ ਜੋ ਪ੍ਰਕਾਸ਼ਿਤ ਹੋਈ ਪੁਸਤਕ ਹੈ, ਜਿਹਨੂੰ ਅਸੀਂ ਪਿੱਛੇ ਗੱਲ ਕਰ ਚੁੱਕੇ ਹਾਂ, 5 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹਨਾਂ 5 ਭਾਗਾਂ ਦੇ ਵਿੱਚੋਂ ਕੁਝ ਮਹੱਤਵਪੂਰਨ ਕਵਿਤਾਵਾਂ ਨੇ ਜਿਨ੍ਹਾਂ ਬਾਰੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਪ੍ਰਮੁੱਖ ਕਵਿਤਾਵਾਂ
पहली है पूरननाथ जोगी जिहदे बारे आपां चर्चा कर चुके हाँ। उस तो बाद है दूसरी है मेरा टुੱਟਾ जिहा गीत। ਇਹਦੇ ਵਿੱਚ ਉਹਨਾਂ ਨੇ ਸਿਰਜਣਾਤਮਕ ਪੱਖ ਨੂੰ ਪੇਸ਼ ਕੀਤਾ ਹੈ, ਸੋਝਵਾਦੀ ਨਜ਼ਰੀਏ ਨੂੰ ਜਿਹੜਾ ਦੁਨੀਆ ਦੇ ਲਈ ਜਿਹੜਾ ਉਹਨਾਂ ਦੇ ਕਵੀ ਦਾ ਦੁਨੀਆ ਬਾਰੇ ਸੋਝਵਾਦੀ ਨਜ਼ਰੀਆ ਹੈ ਉਸ ਨੂੰ ਪੇਸ਼ ਕੀਤਾ ਹੈ। ਦਿਲ ਮੇਰਾ ਖਚੀਂਦਾ, ਦਿਲ ਮੇਰਾ ਖਚੀਂਦਾ ਕਵਿਤਾ ਦੇ ਵਿੱਚ ਹੈ ਕਿ ਕਵੀ ਨੇ ਇੱਕ ਪਤੰਗ ਤੇ ਪਤੰਗਬਾਜ਼ ਇਹਨਾਂ ਦੋਹਾਂ ਦੇ ਬਿੰਬ ਦੇ ਥਰੂ ਵੀ ਇਹਨਾਂ ਦੋਹਾਂ ਦੇ ਉਦਾਹਰਨ ਦੇ ਕੇ ਉਸਨੇ ਮਨੁੱਖ ਤੇ ਪਰਮਾਤਮਾ ਦੇ ਪ੍ਰੇਮ ਨੂੰ ਪੇਸ਼ ਕੀਤਾ ਹੈ। ਪ੍ਰਭਾਤ ਆਕਾਸ਼ ਵਿੱਚ ਪ੍ਰਕਿਰਤੀ ਦੇ ਵੱਖ-ਵੱਖ ਆਕਾਰਾਂ ਨੂੰ ਉਹਨਾਂ ਦੇ ਕਿਵੇਂ ਦੇ ਆਕਾਰ ਹੈ ਉਹਨਾਂ ਦੇ ਸੁਭਾਅ ਨੂੰ ਪੇਸ਼ ਕੀਤਾ ਹੈ, ਪ੍ਰਕਿਰਤੀ ਦੇ ਪ੍ਰੇਮ ਨੂੰ ਪੇਸ਼ ਕੀਤਾ ਹੈ। ਹਲ ਵਾਹੁਣ ਵਾਲੇ ਦੇ ਵਿੱਚ ਕਿਸਾਨਾਂ ਦੇ ਬਾਰੇ ਦੱਸਿਆ ਗਿਆ ਹੈ, ਉਸ ਦੀ ਉਹਨਾਂ ਦੀ ਆਦਤਾਂ ਬਾਰੇ ਤੇ ਕਿਵੇਂ ਉਹ ਕੁਦਰਤ ਦੇ ਵਿੱਚ ਰਚ ਮਿਚ ਜਾਂਦਾ ਹੈ। ਦਰਿਆ ਕਿਨਾਰੇ ਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਨੇਮਾਂ ਦੇ ਵਿੱਚ ਨਹੀਂ ਵੱਜਣਾ ਚਾਹੀਦਾ, ਖੁੱਲੇ ਰਹਿਣਾ ਚਾਹੀਦਾ, ਖੁੱਲੇ ਆਜ਼ਾਦ ਘੁੰਮਣਾ ਚਾਹੀਦਾ ਹੈ। ਤਾਂ ਖੂਹ ਉੱਤੇ ਕਵਿਤਾ ਹੈ ਆਪਣਾ ਮੁੱਲ ਪਾ ਤੂੰ ਆਪਣੇ ਆਪ ਨੂੰ ਪਛਾਣਨ ਬਾਰੇ ਦੱਸਿਆ ਗਿਆ ਹੈ। ਘਰ ਦੀ ਗਹਿਲ ਚੰਗੀ ਇਹਦੇ ਵਿੱਚ ਗ੍ਰਸਤਨ ਇਸਤਰੀ ਬਾਰੇ ਦੱਸਿਆ ਹੈ ਜਿਹੜੀ ਕਿ ਪਰਿਵਾਰ ਦੇ ਵਿੱਚ ਘਰ ਗ੍ਰਸਤੀ ਦੇ ਵਿੱਚ ਸਾਰਾ ਦਿਨ ਬਿਜ਼ੀ ਰਹਿੰਦੀ ਹੈ, ਸਾਰੇ ਵਿਅਸਤ ਰਹਿੰਦੀ ਹੈ ਹਰ ਸਮੇਂ। ਉਸ ਦੇ ਬਾਰੇ ਉਸ ਦੀ ਦਿਨਚਰਿਆ ਨੂੰ ਬਿਆਨ ਕੀਤਾ ਗਿਆ ਹੈ। ਦੇਸ਼ ਨੂੰ ਅਸੀਸ ਸਾਡੇ ਗਰੀਬਾਂ ਦੀ, ਦੇਸ਼ ਦੇ ਜਵਾਨਾਂ ਬਾਰੇ, ਦੇਸ਼ ਨੇ ਸੱਭਿਆਚਾਰ ਬਾਰੇ, ਪੰਜਾਬੀ ਸੱਭਿਆਚਾਰ ਬਾਰੇ ਗੱਲ ਕੀਤੀ ਹੈ। ਦੇਸ਼ ਦੇ ਨੌਜਵਾਨਾਂ ਦੇ ਬਾਰੇ, ਨੌਜਵਾਨ ਪੁਰਾਣੇ ਪੰਜਾਬ ਨੂੰ ਆਵਾਜ਼ਾਂ, ਰੌਣਕ ਬਾਜ਼ਾਰ ਦੀ, ਇਸ ਵਿੱਚ ਅੰਮ੍ਰਿਤਸਰ ਦੇ ਬਾਜ਼ਾਰ ਦਾ ਹਾਲ ਨੂੰ ਬਿਆਨ ਕੀਤਾ ਗਿਆ ਹੈ। ਪੰਜਾਬ ਦੇ ਜਵਾਨ ਪੰਜਾਬ ਦੇ। इधर देखो इन्हां दी कवितावां याद करन दा एक होर एक तरीका भी है कि जो परसन जो आदमी पंजाब तो बाहर गया है, जिवें मतलब ये जापान गए सी, जापान जाके ही याद आऊगी ना पंजाब दी, यार भी पंजाब दे देश दे नौजवान, साडे देश दे नौजवान, ठीक है, पुराने पंजाब नूं आवाज़ां जदों वो पंजाब तो जापान तो पंजाब आउंदा है तां उहनूं पुराना पंजाब नहीं मिलदा, ते पुराने पंजाब नूं आवाज़ां मारदा है। रौनक बाजारां दी, अमृतसर दे विच जदों घुम्मण आउंदा है बाजार दी रौनक वेखदा है, ठीक है। जवान पंजाब दे फिर वो जापान दे विच गल करदा भी साडे पंजाब दे जवान एवें है, खुला है, खुल डुल मारदे, किसी दी टैं टैं नहीं मनदेगे, ठीक है। तो वो इस तरह भी तरीके नाल एक ट्रिक बना के भी असीं याद रखण दी कोशिश कर सकते हैं। अगे कविता है सोहणी दा बुत, ठीक है। लोकी कहणगे रब सब विच है, सब कुछ है, एक वारी अचनचेत। इस विच साधक नूं ਇਹ ਸਾਧਕ ਦੀ ਉਹ ਬ੍ਰਿਤੀ ਨੂੰ ਬਿਆਨ ਕੀਤਾ ਗਿਆ ਹੈ ਜਦੋਂ ਪਰਮਾਤਮਾ ਤੇ ਆਤਮਾ ਦਾ ਮੇਲ ਹੁੰਦਾ ਹੈ, ਠੀਕ ਹੈ। ਮੁੜ ਆ ਪਿਆਰੇ ਇੱਕ ਜੰਗਲੀ ਫੁੱਲ, ਜਿਹਦੇ ਚ ਲੰਮੀ ਬਿਰਤਾਂਤਕ ਕਵਿਤਾ ਹੈ ਜਿਹਦੇ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸੁੰਦਰਤਾ ਸ਼ਹਿਰ ਦੀ ਮੁਹਤਾਜ ਨਹੀਂ ਹੁੰਦੀ, ਪਿੰਡਾਂ ਦੇ ਨਿੱਕੇ ਨਿੱਕੇ ਕਸਬਿਆਂ ਦੇ ਵਿੱਚ ਵੀ ਸੁੰਦਰਤਾ ਵਿਰਾਜਮਾਨ ਹੁੰਦੀ ਹੈ, ਉੱਥੇ ਵੀ ਸੁੰਦਰਤਾ ਦੇ ਕੁਦਰਤ ਦੇ ਨਜ਼ਾਰੇ, ਕੁਦਰਤ ਨੂੰ ਮਾਣਿਆ ਜਾ ਸਕਦਾ ਹੈ। ਅੱਗੇ ਹੈ ਇੱਕ ਜੰਗਲੀ ਫੁੱਲ। ਇੱਕ ਜੰਗਲੀ ਫੁੱਲ ਕਵਿਤਾ ਦੇ ਵਿੱਚ ਕੁਝ ਸਤਰਾਂ ਨੇ। ਨੀਲੇ ਨੀਲੇ ਗਗਨਾਂ ਹੇਠ ਇੱਕ ਕੱਖਾਂ ਦੀ ਝੁੱਗੀ, ਕੱਖ ਪੀਲੇ ਪੀਲੇ ਨਵੇਂ ਛਵਾਏ ਤੇ ਕੱਖਾਂ ਤੇ ਪੈਂਦੀਆਂ ਝੁਰਮਟ ਪਾਉਂਦੀਆਂ ਬੇਤਾਬ ਸੂਰਜ ਦੀਆਂ ਕੰਬਦੀਆਂ ਕਿਰਨਾਂ। ਮੁੜ ਆ ਪਿਆਰੇ ਤੂੰ ਕਵਿਤਾ ਦੇ ਵਿੱਚੋਂ, ਮੁੜ ਆ ਪਿਆਰੇ ਤੂੰ ਹੁਣ ਢਿੱਲ ਨਾ ਲਾਵੀਂ, ਆ ਜਿਵੇਂ ਤੂੰ ਸਦਾ ਆਉਂਦਾ ਹੈ, ਪਿੱਛੋਂ ਆ ਦੋਹਾਂ ਹੱਥਾਂ ਨਾਲ ਬੰਦ ਕਰ ਨੈਣ ਮੇਰੇ, ਅਚਨਚੇਤੀ अचनचेत पुछी कौन। अगली कविता है एक वारी अचनचेती। एक वारी अचनचेत मैं ढह पई सां, ढठी सां मैं टुरदी टुरदी, पता नहीं किंज होया ठेडा जिहा वज्जिया। पंजाब नूं कूकां मैं कविता विचों। आ पंजाब प्यार तू मुड़िया, आ सिख पंजाब तू घर आ, तेरे तूत दिसन मुड़ सावें, मुड़ आवन बूटियां नाल तेरियां दोस्तियां, आ पंजाब प्यार तू मुड़िया। लोकी कहण रब सब विच है, सब कुछ है कविता विचों सतरा ने। लोकी कहण रब सब विच है, सब कुछ ओ,
हर थां है हर शै है, जिधर देखो रब ही रब, पर मेरियां अखियां हाले कुछ ठीक सुजाखियां नहीं जापदियां, मैनू रब इउं हर थां नहीं दिसदा। अगे है पंजाब दे जवान कविता दे विचों, ਇਹ बेपरवाह जवान पंजाब दे, मौत नू मखौला करन मरन थी नहीं डरदे, प्यार नाल ए करन गुलामी, जान को अपनी वार दिंदे, पर टै ना मनन किसे दी, पर टै ना मनन किसे दी। ਇਹ ਸੀ ਪੰਜਾਬ ਦੇ ਜਵਾਨ ਕਵਿਤਾ ਦੇ ਵਿੱਚੋਂ। ਅੱਗੇ ਹੈ ਪੰਜਾਬ ਦੇ ਦਰਿਆ, ਬਹੁਤ ਹੀ ਮਹੱਤਵਪੂਰਨ ਕਵਿਤਾ ਹੈ। किते यह भी प्रश्न आ सकता है कि किस कविता विच लिखा है प्रोफैसर पूरन सिंह ने कि पंजाब दे दरिया जपजी साहब दा पाठ गाउंदे नजर आउंदे है, उसनूं जापदे हन, तां किहड़ी कविता है? पंजाब दे दरिया। बहुत सोहनी कविता है। रावी सोहनी पई वगदी, मैनू सतलुज प्यारा है, मैनू ब्यास पई खिचदी, मैनू झना बाजां मारदी, मैनू जेलम प्यार दा, अटकदी लहर दी ठाठ मेरे बूहे ते वजदी, खाड़ खाड़ चलन विच मेरे सुपनियां पंजाब दे दरिया, प्यार अग इन्हां नू लगी लगी होई, प्यारा जपजी साहिब गाउंदे, ठंडे ते ठार दे प्यार दे पंजाब दे दरिया। पंजाब दे दरिया कविता दे विच सी। अगों है घर दी गेहल चंगी। गेहल हुंदा है औरत, इस्त्री, ठीक है। घर दी गेहल चंगी, पानी कासी दे छन्ने विच पा, लिया मैनू पिलाउंदी, मेरी घर दी चंगी गहल, गहल मतलब औरत, मेरी घर दी चंगी गहल, इस पानी दा कुछ रंग अज होर, चमक अनोखी इस छन्ने विचों खुशबू पई आउंदी। मेरा टुट्टा जिहा गीत, बहुत सोहनी कविता है भी। अखरां दे अखर मेरे निक्के निक्के हत्थां विचों डिग डिग पैंदे, मेरे निक्के निक्के हत्थ दातां वड्डियां झना दे झना पए वगदे। इस तरह ये प्रोफैसर पूरन सिंह जी दियां कवितावां सी जिन्हां बारे असीं चर्चा की है। अगली किताब है खुले घुंड। खुले घुंड जिहड़ी 1923 विच प्रकाशित हुंदी है। एक गल याद रखिया जे, खुले मैदान जिहड़ी आपां पुस्तक कीती है, इहदियां कवितावां ज़्यादा महत्वपूर्ण ने। इन्हां दीयां कवितावां विचों 17 आउण दी ज़्यादा संभावना है, इस करके उन्हां दीयां असीं 17 कीतियां ने। पर इस दीयां प्रमुख कवितावां बारे असीं चर्चा करांगे। नाम मैं पुछदा नाम मेरा की, इहदे बारे नाम की महत्वता बारे चर्चा की गई है कि नाम है जो ओदा साडे अंदरले शरीर नाल की रिश्ता है। जे रिश्ता नहीं है तो जिस नाम नूं साडे माता पिता ने जो नाम सानू दिता है उसका असीं क्यों होमे मान करते हाँ। करम करम कूकदे करदा कौन, कहंदे भी करम करम, कहंदे एक एग्जाम्पल बहुत सोहनी वधिया है, इन्हां ने एग्जाम्पल दित्ती है। इहदे चों मैं तुहानूं कहना चाहुंदा कि करम करम दा बारे तो गीता दे विच भी गल कीती है भी कर्म करना चाहिए, फल की इच्छा नहीं करनी चाहिए। कहंदा कर्म की गल तो सारे करते हैं, पर करदा कौन है? कर्म बारे गल कौन करता है? कहंदा भी कर्म कर्म कूकदे करदा कौन। इहदे विच भी कर्म की महत्वता बारे दस्सिया गया है। फलसफा ते आर्ट, फलसफा ते आर्ट बहुत सोहनी कविता। कहंदे जिहड़ा फलसफा है जिहड़ी किरत विचों उपजदा है, किस दे विचों? किरत विचों, किरत ही है जिहड़ी मनुख दे, किरत ही यह फलसफा बन जाता है। पर जे इहदे विचों किरत कढ दित्ती जावे, यही फलसफा मौत का रूप धारण कर लेता है। करतार की करतारता दे विच परमात्मा की सिरजनात्मक बारे दस्सिया गया कि सारी दुनिया उसने बनाई है, उसने साजी है, हर चीज उसकी बनाई हुई है। उस तो बाद खुले आसमानी रंग, खुले आसमानी रंग जिहड़ी इन्हां दी पुस्तक है प्रोफैसर पूरन सिंह जी की, ये इन्हां दी मौत तो बाद प्रकाशित हुई है 1956 दे विच। मौत कदों की आप 1931 दे विच हुंदी है। जन्म कदों होया? 1881 दे विच जन्म है, ते मौत कदों लिखी आप 1931 दे विच। ते पुस्तक कदों प्रकाशित हुंदी है?
1956 ਦੇ ਵਿੱਚ, मतलब मौत तो बाद प्रकाशित ਹੁੰਦੀ ਹੈ खुले आसमानी। डॉक्टर महेंद्र सिंह रंधावा ने प्रकाशित करवाई सी। पूरन सिंह जी की स्वै जीवनी ते कविता सिरलेख हेठ करवाई सी। इस नूं दो भागां विच वंडिया जांदा है, बार दे रंग ते अचनचेत उडारियां। बार दे रंग ते अचनचेत उडारियां दे विच वंडिया गया। इहदियां प्रमुख कवितावां ने सवाणी, जिस नूं रब प्यार करता है। इहदे विच सवाणी किस नूं कहा गया है? कुदरत नूं। किस नूं कहा गया है? कुदरत नूं सवाणी कहा गया। सवाणी दा अर्थ हुंदा है इस्त्री। ते जिस नूं रब प्यार करता है, मतलब कुदरत नूं रब प्यार करता है। कुदरत नूं किहदे इस्त्री रूप विच पेश करता ते परमात्मा नूं पुरुष विच, मतलब पति दे विच, पति परमेश्वर दे रूप दे विच उहनूं पेश कर दिता। ग्रां दा मेहनती बल्द है, जिस दे बारे इस मनुख दे किरदारां नूं पेश किया गया, उन्हां नूं मेहनत करनी चाहिदी है। सोहणियां चीज़ां सारियां इस कविता दे विच जिहड़ियां सारियां सोहणियां चीज़ां ने उन्हां बारे भी कहा गया है, जिन्हां दी हर चीज़ परमात्मा ने बनाई है, तो परमात्मा ने सारियां चीज़ां सोहणियां बनाईयां है। उन्होंने परमात्मा की सिरजनात्मकता बारे गल की गई है। उस तो बाद होर कवितावां ने जिवें कि मेरा रात दा दीवा, पंजाब दे बार विच घुग्गी, जांगली छोर, मेरा दिल ते पंजाबी बार दे विच बलोच दी धी। ये महत्वपूर्ण कवितावां ने खुले आसमानी रंग दियां पुस्तक दियां। उस तो बिना कुछ महत्वपूर्ण तत्थ ने प्रोफैसर पूरन सिंह बारे, जिन्हां बारे आपां गल करने हैं कि अध अख मिट्टी भाई नंद लाल जी। अध अख मिट्टी भाई नंद लाल जी, एक कविता का नाम है। एक कविता किहदी विच है? खुले कुंड विच है। कहंदा खुले कुंड विच नव अध्यात्मिकवाद दी, नव अध्यात्मिकवाद शैली दी सिखर मन्नी गई है। किहड़ी कविता? अध अख मिट्टी भाई नंद लाल जी, नव अध्यात्मिकवाद शैली की सिखर मनी गई है। खुले कुंड, खुले मैदान, सारी दी सारी पुस्तक छंद मुक्त लिखी गई है, मतलब कोई छंद नहीं वरत्या गया है। उस बाद प्रोफैसर पूरन सिंह की कविता ते वार्तक विच फर्क नखेड़ा करना बहुत औखा हो जाता है। जिवें कि आपां पिछे कवितावां पढ़ के आए हैं, उन्हां तों पता लगता है कि इन्हां दी कवितावां ते वार्तक विच नखेड़ा करना बहुत औखा हो जाता है कि वह लाइनां वांगू ही लगदियां, सत्तरां वांगू ही लगदियां, कवितावां वांगू उवें रोब नहीं पाउंदे। पर इधर देखो, भाई वीर सिंह दा रोमांटिक प्रगटा, रोमांटिक प्रगटा दा हैगा भाई वीर सिंह दी कविता दे विच, पर पूरन सिंह जिन्ना धू नहीं पाउंदा। अति क्लासिकल रचना किहड़ी है पूरन सिंह जी दी? ते पूरन नाथ जोगी है। अंग्रेजी दे विच किहड़ियां कवितावां ने? बिलन मंगल ते अरशी लाड़ी। अरशी लाड़ी तो लंबी बरतांतिक कविता है, महाकाव आकार दी है अरशी लाड़ी। उस तो बाद कुछ होर गल्लां ने। प्रोफैसर पूरन सिंह दे जिहड़ा छंद वरत्या है, मतलब छंद नूं, वैसे तो इन्होंने छंद मुक्त कविता लिखी है, मतलब छंद मुक्त कविता है, पर वो छंद मुक्त कविता दे विच भी किते किते तक छंद की मौजूदगी है, तो उस नूं भी की नाम दिता गया? उस छंद नूं सैलानी, सैलानी छंद का नाम दिता गया। किस छंद का? सैलानी छंद का नाम दिता गया है। आप पिछे की करके आए थे, भाई वीर सिंह ने तुरियाई छंद वरत्या है, तो प्रोफैसर पूरन सिंह ने सैलानी छंद वरत्या है। अज दे लई इन्ना ही, धन्नवाद जी।